रिप्रेजेंटेशन ਉਹਦੀ ਮਿਲਦੀ ਹੈ ਐਜ਼ ਪ੍ਰੋਡਕਟ ਆਫ ਪ੍ਰਾਈਮਸ। ਪ੍ਰੋਡਕਟ ਆਫ ਪ੍ਰਾਈਮਸ ਦੇ ਵਿੱਚ ਉਹਦੀ ਜਿਹੜੀ ਰਿਪਰੈਜ਼ੈਂਟੇਸ਼ਨ ਉਹ ਯੂਨੀਕ ਹੁੰਦੀ ਹੈ। ਆਰਡਰ ਡਸ ਨਾਟ ਮੈਟਰ ਇਨ ਵਿਚ ਦ ਫੈਕਟਰਸ ਅਕਰ। ਸੋ ਫੈਕਟਰਸ ਜਿਹੜੇ ਮਰਜ਼ੀ ਆਰਡਰ ਦੇ ਵਿੱਚ ਆਣ, ਆਰਡਰ ਨਹੀਂ ਮੈਟਰ ਕਰਦਾ, ਲੇਕਿਨ ਪ੍ਰਾਈਮਸ ਉਨੇ ਹੀ ਮਿਲਣਗੇ। ਜਿਹੜੀ ਰਿਪਰੈਜ਼ੈਂਟੇਸ਼ਨ ਹੋਊਗੀ ਉਹਦੀ ਜਿਹੜੀ ਪ੍ਰਾਈਮ ਫੈਕਟਰਾਈਜੇਸ਼ਨ ਜਿਹੜੀ ਹੋਊਗੀ ਉਹਦੇ ਵਿੱਚ ਪ੍ਰਾਈਮਸ ਉਨੇ ਹੀ ਮਿਲਣਗੇ, ਦੋ ਪ੍ਰਾਈਮ ਫੈਕਟਰਾਈਜੇਸ਼ਨਸ ਨਹੀਂ ਮਿਲ ਸਕਦੀਆਂ। ठीक हो गया। ये जो रिजल्ट है थ्योरम है, ਇਹਦਾ मतलब ये है कि representation is unique apart from the order in which the factors occur। फैक्टर ਦਾ order मैटर नहीं करता, ਜਿਹੜੀ ਗਿਣਤੀ ਹੈ ਪ੍ਰਾਈਮਸ ਦੀ ਫੈਕਟਰਸ ਦੀ ਉਹ ਮੈਟਰ ਕਰਦੀ ਹੈ। ਪ੍ਰਾਈਮ ਫੈਕਟਰਸ ਦੀ ਕਾਊਂਟਿੰਗ ਸੇਮ ਹੋਊਗੀ ਹਰੇਕ ਰਿਪਰੈਜ਼ੈਂਟੇਸ਼ਨ ਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਇੰਟੀਜਰ ਦੀ ਪ੍ਰਾਈਮ ਫੈਕਟਰਾਈਜੇਸ਼ਨ ਕਰਦੇ ਹੋ। ਸੋ ਪ੍ਰਾਈਮ ਫੈਕਟਰਾਈਜੇਸ਼ਨ ਕਰਨੀ ਤੁਸੀਂ ਬਹੁਤ अर्ਲੀ ਕਲਾਸ 'ਚ ਸਿੱਖ ਲਈ ਸੀ, ਆਈ ਥਿੰਕ 6 ਜਾਂ 7 ਕਲਾਸ ਦੇ ਵਿੱਚ ਸਟਾਰਟ ਹੋ ਜਾਂਦੀ ਹੈ ਕਿਸੇ ਵੀ ਇੰਟੀਜਰ ਦੀ प्राइम फैक्टराइजेशन। डिवीजन एल्गोरिथम दी ਅਸੀਂ हेल्प ਲੈਣੇ ਉੱਥੇ ਵੀ। सो लेट अस प्रूव दिस नाउ। इफ n इज अ प्राइम, ਅਸੀਂ ਮੰਨ ਲੈਂਦੇ ਹਾਂ ਕਿ ਅਗਰ n ਪ੍ਰਾਈਮ ਹੈ ਫਿਰ ਤਾਂ ਠੀਕ ਹੈ, ਫਿਰ ਤਾਂ ਗੱਲ ਹੀ ਖਤਮ ਹੋ ਗਈ, ਫਿਰ ਤਾਂ ਕੁਝ ਪ੍ਰੂਫ ਕਰਨ ਲਈ ਨਹੀਂ ਰਿਹਾ ਹੈ ਨਾ। ਅਗਰ n ਪ੍ਰਾਈਮ ਹੈ ਤਾਂ ਇਟਸੈਲਫ ਉਹ ਨੰਬਰ ਇੱਕੋ ਹੀ ਹੈ, ਤਾਂ ਇਟਸੈਲਫ ਉਹਦੀ ਰਿਪਰੈਜ਼ੈਂਟੇਸ਼ਨ ਹੋਗੀ। ਸੋ ਲੈਟ ਅਸ ਕੰਸੀਡਰ दैट n इज ਕੰਪੋਜ਼ਿਟ। ਅਸੀਂ n ਨੂੰ ਕੰਪੋਜ਼ਿਟ ਮੰਨ ਲਿਆ। ਹੁਣ अगर n कंपोजिट है तो ਉਹਦਾ डेफिनेटली एक ਜਿਹੜਾ ਪ੍ਰੋਪਰ ਫੈਕਟਰ ਮਿਲੂਗਾ ਸਾਨੂੰ d, ਉਹਦਾ ਡਿਵਾਈਜ਼ਰ ਮਿਲੂਗਾ। d n ਦਾ ਪ੍ਰੋਪਰ ਫੈਕਟਰ ਜਾਂ ਡਿਵਾਈਜ਼ਰ ਮਿਲੂਗਾ। ਪ੍ਰੋਪਰ ਦਾ ਮਤਲਬ ਹੈ ਕਿ 1 ਤੋਂ ਗ੍ਰੇਟਰ ਹੋਊਗਾ, n ਤੋਂ ਛੋਟਾ ਹੋਊਗਾ, ਲੈਸ ਦੈਨ n and greater than 1। so among all such divisors d choose p1 to be the least। ਇਸ ਤਰ੍ਹਾਂ ਕਰੋ, ਹੁਣ d ਜਿੰਨੇ ਵੀ n ਦੇ ਡਿਵਾਈਜ਼ਰਸ ਨੇ ਉਹ ਸਾਰੇ ਫਾਈਂਡ ਕਰ ਲਓ। देखो जिन्ने भी डिवाइसेस तुसी फाइंड करोगे उन्हां दी नेचर की है, n तो छोटे ने 1 तो बड़े ने, 1 तो बड़े ने मतलब पॉजिटिव ने, सेट s बन गया। वो जेड़ा सेट s बन गया नॉन नेगेटिव सेट बन गया, एक तां नॉन नेगेटिव सेट बन गया, पॉजिटिव इंटीजर्स दा बन गया। वेल ऑर्डरिंग प्रिंसिपल लगा सकते हैं। सो वेल ऑर्डरिंग प्रिंसिपल दे अकॉर्डिंग की होगा कि ओदे सब तो छोटा एलिमेंट ਅਸੀਂ चूज कर सकते हैं। सो लेट अस कॉल दैट स्मॉलेस्ट एलिमेंट एज p1। ਉਹਦਾ ਨਾਮ ਅਸੀਂ p1 ਰੱਖ ਲਿਆ। ਸੋ ਜਿੰਨੇ ਵੀ ਡਿਵਾਈਜ਼ਰਸ d ਨੇ ਉਹਨਾਂ ਦੇ ਵਿੱਚੋਂ ਸਭ ਤੋਂ ਛੋਟਾ ਜਿਹੜਾ ਐਲੀਮੈਂਟ ਹੈ ਮੰਨ ਲਓ ਉਹ ਸਾਡਾ ਹੁਣ p1 ਹੈ। ਅਸੀਂ ਕਲੇਮ ਕਰਦੇ ਹਾਂ ਕਿ p1 ਇੱਕ ਪ੍ਰਾਈਮ ਹੈ। ਕੀ ਕੀਤਾ, n ਨੂੰ n ਦੇ ਸਾਰੇ ਡਿਵਾਈਜ਼ਰਸ ਫਾਈਂਡ ਕਰ ਲਏ ਜਿੰਨੇ ਪੋਸੀਬਲ ਡਿਵਾਈਜ਼ਰਸ ਨੇ, ਆਲ ਪੋਸੀਬਲ ਡਿਵਾਈਜ਼ਰਸ। ਲਾਈਕ ਮੰਨ ਲਓ ਅਗਰ ਤੁਹਾਡਾ ਨੰਬਰ 12 ਹੈ ਤਾਂ 12 ਦੇ ਸਾਰੇ ਪੋਸੀਬਲ ਡਿਵਾਈਜ਼ਰਸ ਕਿਹੜੇ ਹੋਣਗੇ? 2 ਹੋ ਗਿਆ, 3 ਹੋ ਗਿਆ, ਰਾਈਟ, 4 ਹੋ ਗਿਆ, 6 ਹੋ ਗਿਆ, ਇਹ ਪ੍ਰੋਪਰ ਡਿਵਾਈਜ਼ਰਸ ਹੋ ਗਏ। ਸੋ ਉਹਨਾਂ ਚੋਂ ਸਭ ਤੋਂ ਛੋਟਾ ਕਿਹੜਾ ਹੈ? 2 ਹੈ ਨਾ। ਵੈਸੇ ਤਾਂ 4 ਵੀ ਡਿਵਾਈਜ਼ਰ ਹੈ, 4 ਪ੍ਰਾਈਮ ਨਹੀਂ ਹੈ ਨਾ। 6 ਡਿਵਾਈਜ਼ਰ ਵੀ ਪ੍ਰਾਈਮ ਨਹੀਂ ਹੈ, 3 ਵੀ ਪ੍ਰਾਈਮ ਹੈ, 2 ਵੀ ਪ੍ਰਾਈਮ ਹੈ। ਸਭ ਤੋਂ ਛੋਟਾ ਕਿਹੜਾ? 2। ਅਸੀਂ ਸਭ ਤੋਂ ਛੋਟਾ ਕੰਸੀਡਰ ਕੀਤਾ ਐਂਡ ਪ੍ਰੂਵ ਕਰ ਦਾਂਗੇ ਕਿ ਸਭ ਤੋਂ ਛੋਟਾ ਜਿਹੜਾ ਡਿਵਾਈਜ਼ਰ ਹੈ ਉਹ ਪ੍ਰਾਈਮ ਹੈ, ਪੱਕਾ ਪ੍ਰਾਈਮ ਹੋਗਾ ਹਮੇਸ਼ਾ। ਸੋ क्लेम करते हैं कि p1 प्राइम है। इफ पॉसिबल दैट p1 इज नॉट अ प्राइम, मान लो p1 प्राइम नहीं है। अगर p1 प्राइम नहीं है तो p1 का एक प्रॉपर डिवाइजर मिलेगा q। सो q p1 का डिवाइजर मिल गया। अच्छा q p1 का डिवाइजर है, अगों p1 n का डिवाइजर है तो q n का डिवाइजर हो गया। ये कंट्राडिक्शन है मिनिमैलिटी ऑफ p1 ते, क्योंकि ਅਸੀਂ ਕਿਹਾ ਸੀ ਸਭ ਤੋਂ ਛੋਟਾ ਡਿਵਾਈਜ਼ਰ n ਦਾ p1 ਹੈ, लेकिन साडी असम्पशन के अकॉर्डिंग q1 एक छोटा डिवाइजर p1 तो आ गया n ਦਾ। ਇਹ ਗੱਲ सही नहीं है, ये कंट्रारी है, कंट्राडिक्शन है। तो ਇਹਦਾ मतलब p1 प्राइम ही है। सो p1 इज अ प्राइम। सो अगर p1 प्राइम है, n ਦਾ डिवाइजर है, तो n can be written as product of p1 and n1 where n1 is confirmedly now between 1 and n। n1 n ਤੋਂ ਛੋਟਾ ਹੋਊਗਾ, 1 ਤੋਂ ਵੱਡਾ ਹੋਊਗਾ, ਕਿਉਂਕਿ p1 ਡਿਵਾਈਡ ਕਰਨ ਤੋਂ ਬਾਅਦ ਸਾਡਾ ਜਿਹੜਾ ਬਾਕੀ ਦਾ ਜਿਹੜਾ ਫੈਕਟਰ ਬਚਿਆ ਉਹ n1 ਹੈ। सो ਹੁਣ ਦੋ ਪੋਸਿਬਿਲਿਟੀਜ਼ ਨੇ, ਜਾਂ ਤਾਂ n1 ਪ੍ਰਾਈਮ ਹੋਊਗਾ, ਅਗਰ ਤਾਂ ਪ੍ਰਾਈਮ ਹੋ ਗਿਆ n1 ਤਾਂ p1 ਵੀ ਪ੍ਰਾਈਮ, n1 ਵੀ ਪ੍ਰਾਈਮ, ਰਿਜ਼ਲਟ ਇਜ਼ ਓਵਰ। बट अगर n1 कंपोजिट है then we repeat the above process or argument। so अगर n1 कंपोजिट है तो ਉਹਦਾ ਫਿਰ ਇੱਕ ਡਿਵਾਈਜ਼ਰ ਮਿਲੂਗਾ p2 ਕਹਿ ਸਕਦੇ ਹੋ ਉਹਨੂੰ ਤੁਸੀਂ, ਹੈ ਨਾ। ਇੱਕ p2 ਡਿਵਾਈਜ਼ਰ ਮਿਲ ਗਿਆ ਸਭ ਤੋਂ ਛੋਟਾ ਐਂਡ ਕਲੇਮ ਕਰ ਲਾਂਗੇ ਕਿ ਉਹ ਪ੍ਰਾਈਮ ਹੈ, ਹੋ ਜਾਊਗਾ ਸੇਮ ਉਸੇ ਤਰ੍ਹਾਂ ਰਿਪੀਟ ਕਰੋ ਪ੍ਰੋਸੈਸ ਨੂੰ। p2 प्राइम हो गया, n1 ਨੂੰ ब्रेक करके लिखता p2 n2 where n2 is between 1 and n1। ਹੁਣ n1 ਲਿਖਿਆ ਗਿਆ p2 n1 ਜਿੱਥੇ p2 ਕਨਫਰਮਲੀ ਪ੍ਰਾਈਮ ਹੈ। ਹਾਂਜੀ ਠੀਕ ਹੈ। ਐਂਡ ਜਿਹੜਾ ਫਾਈਨਲ n ਸੀ ਉਹਨੂੰ ਕਿੰਨਾ ਲਿਖਾਂਗੇ? ਉਹ ਸੀਗਾ p1 into n1 but n1 is p2 n2। ਸੋ ਇਹ ਬਣਿਆ p1 p2 n2। ਇੱਕ ਗੱਲ ਹੋਰ ਦੇਖੋ ਬਈ, ਜਿਹੜਾ n
n सी n तो छोटा सी n1 फर्दर n1 तो छोटा हुन n2 आया साडे कोल इथों दी ठीक है सो n2 इज स्मॉलर देन n1 एंड व्हिच इज ग्रेटर देन 1 1 तो बड़ा है नाउ हुन आ जो स्टेटमेंट ਅਸੀਂ बना ली इस स्टेटमेंट के अकॉर्डिंग अगर n2 प्राइम है then proof is over but if n2 is composite we shall repeat the above process and get some p3 p3 आऊगा फिर n1 जूगा p1 p2 p3 pn3 जिथे आ सीक्वेंस अपने को बन गई n1 n2 n3 n से रिलेशन आ गया इसी तरह फिर n3 प्राइम है तो गल खत्म होगी अगर n3 कंपोजिट है फिर रिपीट करांगे एक p4 आऊगा एक n4 आऊगा ये प्रोसेस चल ही जाऊगा and in this process we get a decreasing sequence n तो छोटा मिला सी n1 उस तो छोटा मिला सी n2 उस तो छोटा मिलूगा n3 फिर n4 एंड सो ऑन प्रोसेस चल ही जाऊगा बट ये सारे 1 तो ਵੱਡੇ ਨੇ ਇਹਦਾ ਮਤਲਬ प्रोसेस एंडलेस ਤਾਂ नहीं है indefinite time तक ये कंटीन्यूअस नहीं हो सकता so cannot continue indefinitely and hence must stop after a finite number of steps so एक स्टेप तो बाद मतलब फाइनाइट नंबर ऑफ स्टेप्स तो बाद इनु रुकना पਊਗਾ प्रोसेस ਨੂੰ ਸੋ ਮੰਨ ਲਓ ਇੱਕ k ਸਟੈਪਸ ਤੋਂ ਬਾਅਦ ਰੁਕ ਗਿਆ ਐਂਡ ਜਿਹੜਾ nk ਲਾਸਟ ਤੇ ਆਪਣੇ ਕੋਲ ਆਇਆ ਲਾਸਟ ਸਟੈਪ 'ਚ ਜਿਹੜਾ nk ਆਊਗਾ ਇਸ ਸੀਕੁਐਂਸ 'ਚ ਉਹਦਾ ਨਾਮ ਅਸੀਂ pk ਰੱਖ ਦਿੰਨੇ ਆ ਹਾਂਜੀ ਠੀਕ ਹੈ ਤਾਂ ਲਾਸਟ ਸਟੈਪ ਤੇ ਜਾ ਕੇ ਜਿਹੜਾ ਤੁਹਾਡੇ ਕੋਲ pk ਆਇਆ ਤਾਂ ਤੁਹਾਡਾ n ਬਣ ਗਿਆ p1 p2 p3 ਸੋ on up to ਇੱਥੇ ਬਣਾ ਸੀ k-1 ਲਾਸਟ ਚ ਇੱਕ nk ਆਣਾ ਸੀ ਬਟ nk ਨੂੰ ਸੀ pk ਉਹਦਾ ਨਾਮ ਰੱਖਤਾ ਤਾਂ n ਦੀ ਰਿਪਰੈਜ਼ੈਂਟੇਸ਼ਨ ਆ ਬਣ ਗਈ ਜਿੱਥੇ ਆ ਸਾਰੇ p1 p2 pk ਇਹ ਪ੍ਰਾਈਮਸ ਨੇ बोलो भी रिप्रेजेंटेशन एग्जिस्ट करती है इथे सिर्फ ਅਸੀਂ यही शो किया this only represents the prime factorization of n सिर्फ एग्जिस्टेंस शो की है प्राइम फैक्टराइजेशन दी किसी ਨੂੰ डाउट है इथे तक ਤਾਂ पूछ लो अदरवाइज we will move forward बोलो भी क्लियर और नॉट यस सर क्लियर है ठीक है जी क्लियर हाँ सो एक गल होर देखो कि जेडी आ रिप्रेजेंटेशन लिखी है ना p1 p2 pk की जरूरी है ये सारे डिस्टिंक्ट होंगे आ मैं जेडी थे रिप्रेजेंटेशन थ्योरम से लिखी हुई है p1 p2 pk क्या ये जरूरी ने कि ये डिस्टिंक्ट हों डिफरेंट हों नो सर नो नीड नॉट टू बी है ना अगर 12 आ गया तो 12 ਦੀ रिप्रेजेंटेशन की है साडी इस थ्योरम ਦੇ अकॉर्डिंग वो बनूगी 2 2 3 ठीक है सो 2 हो गया p1 फिर 2 हो गया p2 फिर जेड़ा p3 है वो बनूगा 3 क्लियर सो अगर कोई प्राइम रिपीट कर रहा है तां भी ओके है सो ये रिप्रेजेंटेशन जेडी है p1 p2 ये जरूरी नहीं कि सारे सारे डिस्टिंक्ट हों हां जी ठीक है हालांकि ਅਸੀਂ ਹਲੇ ਕੁਝ ਖਾਸ ਆਰਡਰ ਦੀ ਵੀ ਇੱਥੇ ਗੱਲ ਨਹੀਂ ਕੀਤੀ ਉਹ ਅਗਲੇ ਕੁਝ ਇਹਦੇ ਸਬ ਰਿਜ਼ਲਟਸ ਬਣਾਵਾਂਗੇ ਉਹਨਾਂ ਸੇ ਕਰਾਂਗੇ ਹੁਣ ਅਸੀਂ ਇਹ ਸ਼ੋ ਕਰਨਾ ਸੀ ਕਿ ਜਿਹੜੀ ਰਿਪਰੈਜ਼ੈਂਟੇਸ਼ਨ ਉਹ ਯੂਨੀਕ ਹੈ ਕਿ ਇਸੇ ਤਰ੍ਹਾਂ ਦੀ ਰਿਪਰੈਜ਼ੈਂਟੇਸ਼ਨ ਮਿਲੂਗੀ ਇਹਦੇ ਲਈ ਡਿਫਰੈਂਟ ਨਹੀਂ ਮਿਲ ਸਕਦੀ ਸੋ ਅਸੀਂ ਮੰਨ ਲੈਂਦੇ ਹਾਂ ਕਿ n ਦੀਆਂ ਦੋ ਰਿਪਰੈਜ਼ੈਂਟੇਸ਼ਨਸ ਐਗਜ਼ਿਸਟ ਕਰਦੀਆਂ ਨੇ p1 p2 pr ਤੇ n q1 q2 qs we assume two representations where pi's and qj's are all primes written in increasing magnitude ਅਸੀਂ ਕੀ ਕੀਤਾ ਕਿਉਂਕਿ ਆਰਡਰ ਮੈਟਰ ਨਹੀਂ ਕਰਦਾ ਸੋ ਅਸੀਂ ਫਿਲਹਾਲ ਦੋ ਰਿਪਰੈਜ਼ੈਂਟੇਸ਼ਨ ਮੰਨ ਲੀਆਂ ਉਹਨੂੰ ਲਿਖਿਆ ਕਿਸ ਤਰੀਕੇ ਨਾਲ ਇਨਕਰੀਜ਼ਿੰਗ ਆਰਡਰ ਦੇ ਵਿੱਚ ਉਹਨਾਂ ਦੇ ਫੈਕਟਰਸ ਨੂੰ ਲਿਖ ਲਿਆ ਮਤਲਬ p1 is less than equal to p2 is less than equal to pr and similarly q1 less than equal to q2 so on less than equal to qs so we write them these primes in increasing order in the representation ਹੁਣ ਕੀ ਪੋਸਿਬਿਲਿਟੀ ਹੈ ਟ੍ਰਾਈਕੋਟੋਮੀ ਲਾਅ ਦੇ ਅਕੋਰਡਿੰਗ ਜਾਂ ਤਾਂ r ਛੋਟਾ ਹੈ s ਤੋਂ ਜਾਂ ਵੱਡਾ ਹੈ ਜਾਂ ਦੋਨੋਂ ਬਰਾਬਰ ਨੇ सो फिलहाल ਅਸੀਂ ਬਿਨਾ ਜਨਰੈਲਿਟੀ ਦੇ ਲॉस ਤੋਂ ਮੰਨ ਲੈਨੇ ਕਿ r is smaller than or equal to s right we assume this that r is less than equal to s ਹੁਣ ਇੱਕ ਗੱਲ ਦੇਖੋ ਬਈ look at here ਇਸ ਸਟੈਪ ਤੇ ਦੇਖੋ n ਦੀਆਂ ਦੋ ਰਿਪਰੈਜ਼ੈਂਟੇਸ਼ਨਸ ਨੇ ਮਤਲਬ ਆਪਸ ਵਿੱਚ ਦੋਨੋਂ ਇਕੁਅਲ ਹੋ ਗਏ ਹਾਂ p1 p2 pr q1 q2 qs ਦੇ ਇਕੁਅਲ ਹੋ ਗਿਆ so from this p1 will divide this right hand side means p1 will divide product of q1 q2 qs ਇਹਨਾਂ ਨੂੰ ਡਿਵਾਈਡ ਕਰੂਗਾ ਬਟ ਇਹ ਸਾਰੇ ਪ੍ਰਾਈਮ ਨੇ ਹੁਣੇ ਅਸੀਂ ਕਰੋਲਰੀ ਕੀਤੀ ਉੱਪਰ ਸੈਕੰਡ ਕਰੋਲਰੀ ਉਹਦੇ ਅਕੋਰਡਿੰਗ ਕੀ ਬਣ ਗਿਆ ਕਿ p1 is one of the qk's for some k 1 to s बोलो भी ये गल क्लियर होगी
इज दैट क्लियर कि ਜਿਹੜਾ P1 है ਉਹ ਇਹਨਾਂ QK ਦੇ ਵਿੱਚੋਂ ਹੀ ਇੱਕ ਹੈ। क्लियर और नॉट? Yes, sir. हाँ जी Yes, sir. ठीक है। ਹੁਣ ਅਗਰ ਤਾਂ ਦੇਖੋ ਤੁਹਾਡਾ ਜਿਹੜਾ P1 ਹੈ ਉਹ Q1 ਹੀ ਹੋ ਗਿਆ ਹੈ ਨਾ, ਤਾਂ ਹੋ ਸਕਦਾ ਉਹ ਇਕੁਅਲ ਹੋਵੇ, ਹੋ ਸਕਦਾ ਉਹ ਇਕੁਅਲ ਹੋਵੇ। ਅਗਰ ਧਿਆਨ ਨਾਲ ਸਮਝੋ ਹੁਣ ਸਟੈਪ ਨੂੰ, ਅਗਰ P1 ਪਹਿਲੇ ਹੀ ਬਣ ਗਿਆ Q1 ਹੋ ਗਿਆ ਹੈ ਨਾ, ਤਾਂ ਹੋ ਸਕਦਾ ਇਕੁਅਲ ਹੋਵੇ। ਅਗਰ P1 ਤੁਹਾਡਾ Q2 ਹੋਇਆ, ਅਗਰ P1 Q2 ਹੋਇਆ ਤਾਂ ਫਿਰ Q2 ਤੇ Q1 ਚ ਕੀ ਰਿਲੇਸ਼ਨ ਸੀਗਾ? Q2 ਲੁੱਕ ਹੀਅਰ ਦ ਰਿਲੇਸ਼ਨ Q2 is greater than Q1, Q2 Q1 ਤੋਂ ਵੱਡਾ ਹੈ। ਅਗਰ P1 Q2 ਹੋ ਗਿਆ ਤਾਂ P1 Q2 ਤੋਂ ਵੱਡਾ ਹੋਗਾ ਜਾਂ ਬਰਾਬਰ ਵੀ ਹੋ ਸਕਦਾ ਹੈ, because they are equal also। ਅਗਰ P1 Q3 ਹੋਇਆ ਤਾਂ ਫਿਰ ਵੀ ਉਹ ਵੱਡਾ ਹੋਗਾ Q1 ਤੋਂ। ਅਗਰ ਲਾਸਟ 'ਚ QS ਹੋਇਆ ਤਾਂ ਵੀ ਵੱਡਾ ਹੋਗਾ ਜਾਂ ਬਰਾਬਰ ਹੋਗਾ। I mean to say in all cases P1 is greater than or equal to Q1। ਇੱਥੋਂ ਸਾਡੇ ਕੋਲ ਇਹ ਸ਼ੋਰ ਹੋਇਆ ਕਿ P1 ਹਮੇਸ਼ਾ ਗ੍ਰੇਟਰ ਜਾਂ ਇਕੁਅਲ ਹੋਗਾ Q1 ਦੇ। ਬੋਲੋ ਵੀ ਇੰਪੋਰਟੈਂਟ ਹੈ ਗੱਲ ਆ ਜਿਹੜਾ ਵਨ ਸਟੇਟਮੈਂਟ ਮੈਂ ਹੁਣੇ ਸਮਝਾਈ ਤੁਹਾਨੂੰ। ਕਲੀਅਰ অর ਨॉट? Sir, repeat करियो। देखो ਅਸੀਂ ਇਹ ਕਿਹਾ ਇਸ ਸਟੈਪ ਤੇ ਵਾਪਸ ਇਸ ਸਟੈਪ ਤੇ ਮੈਂ ਇੱਥੇ ਇਹਦਾ ਕਲੀਅਰ ਹੋ ਗਿਆ ਤੁਹਾਨੂੰ ਕਿ P1 ਕੋਈ ਨਾ ਕੋਈ ਹੋਊਗਾ QK ਦੇ ਵਿੱਚੋਂ, ਮਤਲਬ P1 Q1 ਵੀ ਹੋ ਸਕਦਾ ਹੈ, ਜਿਹੜਾ P1 ਹੈ Q2 ਵੀ ਹੋ ਸਕਦਾ ਹੈ, Q3 ਵੀ, QS ਵੀ ਹੋ ਸਕਦਾ ਹੈ। इतना क्लियर हो गया। ਹੁਣ ਅਗਰ ਤਾਂ P1 Q1 ਹੈ, ਮੰਨ ਲਓ ਪਹਿਲੇ ਹੀ ਆ ਗਿਆ Q1 ਹੀ ਆ ਗਿਆ, ਆ ਦੋਨੋਂ ਆ ਸੇਮ ਹੈ ਨਾ, ਆ ਵਾਲੇ ਪ੍ਰੋਡਕਟ ਸੇਮ ਨੇ ਆਪਸ ਵਿੱਚ। ਹੁਣ ਸਾਡੀ ਅਸੰਪਸ਼ਨ ਦੇ ਅਕੋਰਡਿੰਗ ਅਸੀਂ ਮੰਨੇ, ਹੁਣ ਅਗਰ ਤਾਂ P1 Q1 ਹੋ ਗਿਆ ਫਿਰ ਤਾਂ ਹੋ ਸਕਦਾ ਇਕੁਅਲ ਹੋਵੇ, ਹੈ ਨਾ, ਉਸ ਕਿਸੇ ਦਾ ਇਕੁਐਲਿਟੀ ਆ ਸਕਦੀ ਹੈ ਕਿਉਂਕਿ ਦੋਨੋਂ ਹੀ ਸਭ ਤੋਂ ਛੋਟੇ ਸੀਗੇ, ਸਮਾਲਰ ਨਹੀਂ ਹੋ ਸਕਦਾ ਕਿਉਂਕਿ ਉਹਨੇ ਇਕੁਅਲ ਬਣਨਾ ਹੈ। ਹੁਣ ਅਗਰ ਅਸੀਂ ਅੱਗੇ ਚੱਲਦੇ ਹਾਂ, ਅਗਰ ਤੁਸੀਂ ਮੰਨ ਲਓ P1 ਤੁਹਾਡਾ K2 ਆ ਗਿਆ, K2 ਦਾ ਮਤਲਬ ਹੈ P1 ਬਣ ਗਿਆ Q2, ਸਮਝ ਗਏ? P1 ਕੀ ਬਣ ਗਿਆ? Q2 ਬਣ ਗਿਆ। ਅੱਛਾ ਆ ਬਣ ਚੁੱਕਾ ਤੁਹਾਡਾ P1 Q2, Q2 ਤੇ Q1 ਚ ਕੀ ਰਿਲੇਸ਼ਨ ਹੈ? Q2 is greater than Q1, it means P1 is greater than Q1। समझेगा? या इक्वालिटी Yes, आ sir. सकती है क्योंकि इतनी इक्वालिटी भी है। अच्छा अगर बाय चांस ਤੁਸੀਂ ਕਹਿੰਦੇ ਨਹੀਂ Q2 ਨਹੀਂ ਉਹ Q3 ਬੰਦਾ ਪਿਆ, P1 ਮੰਨ ਲਓ ਅਗਰ Q3 ਬਣ ਗਿਆ, ਇੱਥੇ ਬਣ ਗਿਆ Q3 ਬਣ ਗਿਆ, ਤਾਂ Q3 ਵੀ ਤਾਂ Q1 ਤੋਂ ਵੱਡਾ ਹੈ। ਇਹਦਾ ਮਤਲਬ ਤਾਂ ਵੀ ਜਿਹੜਾ P1 ਹੈ ਉਹਨੇ Q1 ਤੋਂ ਵੱਡਾ ਰਹਿਣਾ ਹੈ। ਅੱਗੇ ਜਾਊਗਾ ਕਿ ਜਿੱਥੇ ਮਰਜ਼ੀ ਤੁਹਾਡਾ ਇੱਥੇ Q ਜਿਹੜਾ P1 ਬਣ ਜੇ, ਇਹਨਾਂ ਚੋਂ ਕੋਈ ਵੀ P1 ਬਣ ਜੇ, ਉਹਨੇ ਕੀ ਰਹਿਣਾ ਹੈ? Q1 ਤੋਂ ਗ੍ਰੇਟਰ ਹੀ ਰਹਿਣਾ। ਬੋਲੋ ਵੀ ਕਲੀਅਰ ਹੋਊਗਾ? So in all cases, P1 is greater than or equal to Q1। Similarly, क्योंकि behavior same है, आ ਜਿਹੜਾ product ਲਿਖਿਆ ਹੈ, ਆ ਦੋਨੋਂ products equal ਨੇ ਆਪਸ ਦੇ ਵਿੱਚ, ਅਸੀਂ ਰੱਖੇ ਦੋਨੋਂ ਇਹਦੀਆਂ representations ਨੇ। ਪਹਿਲੇ P1 ਨਾਲ ਡਿਵਾਈਡ ਕੀਤਾ ਸੀ, ਆ ਕਿ Q1 ਨਾਲ ਕਰ ਲਓ, ਲੈਫਟ ਸਾਈਡ ਨੂੰ ਡਿਵਾਈਡ। ਜਦੋਂ ਤੁਸੀਂ Q1 ਨਾਲ ਡਿਵਾਈਡ ਕਰੋਗੇ ਲੈਫਟ ਸਾਈਡ ਨੂੰ ਤਾਂ ਸੇਮ ਸਾਰਾ ਕੁਝ ਉੱਪਰ ਵਾਲਾ ਰਿਪੀਟ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ? Q1 is greater than or equal to P1। Got it? So now this is 2, so from 1 and 2 what we get, both are positive, दोनों positive ने। एक स्टेटमेंट कहती कि P1 Q1 तो ਵੱਡਾ है, दूसरी स्टेटमेंट कहती Q1 P1 तो ਵੱਡਾ है। ਤਾਂ दोनों की कदों पॉसिबल है? दोनों स्टेटमेंट साइमल्टेनियसली पॉसिबल ने if both are equal, P1 equal to Q1। is that clear? so P1 Q1 ਦੇ exactly equal है, ਅਸੀਂ ਇਹ ਪ੍ਰੂਫ ਕਰਤਾ। so क्योंकि ਇਹਦੀਆਂ ਦੋ ਰਿਪਰੈਜ਼ੈਂਟੇਸ਼ਨ ਸੀ ਆ ਰਹੀਆਂ, ਇਹਨਾਂ ਨੂੰ ਅਸੀਂ ਬਰਾਬਰ ਰੱਖਿਆ, ਇਕੁਅਲ ਰੱਖਿਆ। ਜੇ ਚੋ P1 ਤੇ Q1 ਤੇ ਆਪਸ ਵਿੱਚ ਇਕੁਅਲ ਆ ਗਏ, ਸੋ ਵੀ ਵਿਲ ਕੈਨਸਲ these two, ਇਹ ਦੋਨੋਂ ਨੂੰ ਕੈਨਸਲ ਕਰ ਦਾਂਗੇ ਦੋਨੋਂ ਸਾਈਡਸ ਤੋਂ। ਕੈਨਸਲ ਕਰਨ ਤੋਂ ਬਾਅਦ ਆਪਣੇ ਕੋਲ ਬਾਕੀ ਕੀ ਬਚਿਆ? P2 P3 PR, P2 Q2 Q3 QS, ਆ ਫਾਈਨਲ ਆਪਣੇ ਕੋਲ ਬਚਿਆ ਕੈਨਸਲ ਕਰਨ ਤੋਂ ਬਾਅਦ। is that clear? repeating the above process we shall get P2 equal to Q2। फिर प्रोसेस रिपीट करांगे, आ दोनों इक्वल आ जाएंगे। हम जो दोनों इक्वल हो गए तब P2 Q2 कैंसिल हो जाएंगे, बाकी P3 Q3 ऑनवर्ड्स बचेंगे अपने को। फिर प्रोसेस रिपीट करो, P3 Q3 कैंसिल होंगे, फिर P4 Q4 कैंसिल होंगे, सारा कुछ कैंसिल हो जाएगा। हुन क्योंकि R छोटा सी S तो या इक्वल हो सकता सी, ਅਸੀਂ ਮੰਨ ਲੈਣੇ कि अगर R छोटा है S तो, if R is equal to less than S, अगर R S तो छोटा है तो R वाले पहला खत्म हो जाएंगे, ये सारे खत्म हो गए।
ਲੈਫਟ ਸਾਈਡ ਤੇ ਆਪਣੇ ਕੋਲ ਬਚਿਆ 1, ਸੋ ਉਧਰਲੇ ਪਾਸੇ ਆਪਣੇ ਕੋਲ ਕਿੱਥੇ ਤੱਕ ਖਤਮ ਹੋਣਗੇ, q r ਤੱਕ ਖਤਮ ਹੋਣਗੇ, q r plus 1 r plus 2 q s ਤੱਕ ਬਚਣਗੇ ਰਾਈਟ ਹੈਂਡ ਸਾਈਡ ਤੇ ਫੈਕਟਰਸ। ਸੋ ਵੀ ਗੈਟ ਦਿਸ। ਅੱਛਾ ਹੁਣ ਜਿਹੜਾ ਰਾਈਟ ਹੈਂਡ ਸਾਈਡ ਹੈ, this is product of primes but that is equal to 1, it is absurd, not possible, ठीक है, क्योंकि ਜਿਹੜਾ ਪ੍ਰੋਡਕਟ ਆਫ ਪ੍ਰਾਈਮਸ ਹੈ ਜਿੱਦਾਂ ਦਾ ਮਰਜ਼ੀ ਹੋਵੇ ਉਹ 1 ਤੋਂ ਗ੍ਰੇਟਰ ਹੋਊਗਾ, 1 ਦੇ ਇਕੁਅਲ ਨਹੀਂ ਆ ਸਕਦਾ। ਇਹਦਾ ਮਤਲਬ ਗੜਬੜ ਹੈ ਸਾਡੀ ਇੱਥੇ ਅਸੰਪਸ਼ਨ ਦੇ ਵਿੱਚ, ਜਦੋਂ ਅਸੀਂ ਕਿਹਾ ਕਿ r s ਤੋਂ ਛੋਟਾ ਹੈ, ਸੋ that is not possible, r cannot be less than s, so r is equal to s, ਜਿਹੜਾ r ਹੈ ਉਹ s ਦੇ ਇਕੁਅਲ ਹੈ, ਅਸੀਂ ਇਹ ਪ੍ਰੂਫ ਕਰਨਾ ਸੀ। ਸੋ ਇਨਕਰੀਜ਼ਿੰਗ ਆਰਡਰ ਦੇ ਵਿੱਚ ਰਿਪਰੈਜ਼ੈਂਟੇਸ਼ਨ ਨੂੰ ਅਸੀਂ ਲਿਖਿਆ ਸੀ r ਤੇ s ਲੈਂਥ ਸੇਮ ਹੋਗੀ। ਮੋਰਓਵਰ ਅਸੀਂ ਇਹ ਵੀ ਪ੍ਰੂਫ ਕਰ ਲਿਆ ਕਿ ਪਹਿਲਾ p1 q1 ਦੇ ਇਕੁਅਲ ਹੈ, p2 q2 ਦੇ ਇਕੁਅਲ ਹੈ, pr qr ਦੇ ਇਕੁਅਲ ਹੈ। ਸੋ ਸਾਰੇ ਕੋਰਸਪੋਂਡਿੰਗ ਪ੍ਰਾਈਮਸ ਨੇ ਜਿਹੜੇ ਉਹ ਆਪਸ ਦੇ ਵਿੱਚ ਇਕੁਅਲ ਹੋ ਗਏ, ਲੈਂਥ ਉਹਨਾਂ ਦੀ ਸੇਮ ਹੋਗੀ, ਸੋ ਰਿਪਰੈਜ਼ੈਂਟੇਸ਼ਨ ਹੈ ਜਿਹੜੀ ਉਹ ਯੂਨੀਕ ਹੈ, ਇਥੋਂ ਦੀ ਪ੍ਰੂਫ ਹੋ ਜਾਂਦਾ ਹੈ। ਬੋਲੋ ਵੀ ਕੋਈ ਡਾਊਟ ਹੈ ਤਾਂ ਤੁਸੀਂ ਪੁੱਛ ਸਕਦੇ ਹੋ, ਅਦਰਵਾਈਜ਼ ਓਕੇ। ਹਾਂਜੀ ਠੀਕ ਹੈ, ਕਲੀਅਰ ਹੈ। रिपीट करियो लास्ट टू स्टेप्स सर। ਲਾਸਟ 2 ਸਟੈਪਸ हाँ जी सर, सो आर लेस देन ਇਥੋਂ ਦੀ। हाँ जी सर, इस तो बाद वाला स्टेप। ਹਾਂ ਦੇਖੋ ਰਾਜੇ, ਆਪਣੇ ਕੋਲ ਹੁਣ ਕੈਂਸਲ ਆਊਟ ਹੋਣੇ ਸ਼ੁਰੂ ਹੋ ਗਏ ਜਿਹੜੇ ਫੈਕਟਰਸ ਨੇ। ਅਸੀਂ ਪਹਿਲੇ ਪ੍ਰੂਫ ਕਰ ਲਿਆ ਕਿ p1 q1 ਦੇ ਇਕੁਅਲ ਹੈ, ਇਟ ਇਜ਼ ਹੇਅਰ। ਫਿਰ ਅਸੀਂ ਪ੍ਰੂਫ ਕਰ ਲਿਆ ਕਿ p2 q2 ਦੇ ਇਕੁਅਲ ਹੈ, p3 q3 ਦੇ ਇਕੁਅਲ ਹੈ। ਇਹ ਪ੍ਰੋਸੈਸ ਸ਼ੁਰੂ ਹੋ ਗਿਆ, ਮਤਲਬ ਇਹ ਕੋਰਸਪੋਂਡਿੰਗ ਪ੍ਰਾਈਮਸ ਇਕੁਅਲ ਆਣੇ ਸ਼ੁਰੂ ਹੋ ਗਏ, ਜਿਹੜਾ ਅਸੀਂ ਉੱਪਰ ਲੌਜੀਕ ਦਿੱਤਾ, ਠੀਕ ਹੈ, ਕਰੋਲਰੀ ਯੂਜ਼ ਕਰਕੇ। ਹੁਣ ਉੱਪਰ ਅਸੀਂ ਅਸੰਪਸ਼ਨ ਕੀਤੀ ਸੀ ਬਿਨਾ ਲਾਸ ਆਫ ਜਨਰੈਲਿਟੀ ਦੇ ਕਿ r ਲੈਸ ਦੈਨ ਇਕੁਅਲ ਟੂ s ਹੈ। ਮੰਨ ਲੈਨੇ ਕਿ ਅਗਰ r ਸਟ੍ਰਿਕਟਲੀ ਲੈਸ ਹੈ, ਅਗਰ r ਸਟ੍ਰਿਕਟਲੀ s ਤੋਂ ਲੈਸ ਹੈ ਤਾਂ ਅਬਵ ਪ੍ਰੋਸੈਸ ਦੇ ਅਕੋਰਡਿੰਗ ਆ ਸਾਰਾ ਕੁਝ ਕੈਂਸਲ ਹੋਣਾ ਸ਼ੁਰੂ ਹੋ ਗਿਆ ਸੀ ਨਾ। p3 q3 ਨਾਲ ਕੈਂਸਲ ਹੋਊਗਾ, p4 q4 ਨਾਲ ਕੈਂਸਲ ਹੋਊਗਾ, p5 q5 ਨਾਲ, ਐਂਡ pr ਕਿਸੇ qr ਦੇ ਨਾਲ ਕੈਂਸਲ ਹੋ ਚੁੱਕਾ ਹੋਊਗਾ। ਠੀਕ ਹੋ ਗਿਆ। ਲੈਫਟ ਸਾਈਡ ਤੇ ਕੋਈ ਵੀ ਪ੍ਰਾਈਮ ਫੈਕਟਰ ਨਹੀਂ ਬਚਿਆ, ਵੀ ਆਰ ਲੈਫਟ ਵਿਦ 1। ਰਾਈਟ ਸਾਈਡ ਤੇ qr ਤੱਕ ਤਾਂ ਕੈਂਸਲ ਹੋ ਗਏ, ਲੇਕਿਨ qr+1 ਬਚਿਆ ਬਿਕੋਜ਼ ਠੀਕ ਹੈ ਨਾ, ਕਿਉਂਕਿ s ਵੱਡਾ ਹੈ ਆਪਣੇ ਕੋਲ। ਮੰਨ ਲਓ ਤੁਹਾਡੇ ਕੋਲ r ਹੋ ਗਿਆ 7 ਐਂਡ s ਹੋ ਗਿਆ 10, ਠੀਕ ਹੈ, ਤਾਂ ਤੁਹਾਡੇ ਕੋਲ 7 ਤੱਕ ਤਾਂ ਕੈਂਸਲ ਹੋ ਗਏ, p7 ਤੱਕ ਕੈਂਸਲ ਹੋ ਗਏ। ਵਟ ਅਬਾਊਟ ਆਫਟਰ ਦੈਟ, ਉਧਰ q7 ਤੱਕ ਕੈਂਸਲ ਹੋ ਗਏ। q7 ਤੋਂ ਬਾਅਦ ਕੀ ਬਚੂਗਾ, q8 q9 q10, ਉਹ ਤਾਂ ਬਚਣਗੇ ਨਾ 3 ਪ੍ਰਾਈਮਸ, ਸਮਝ ਗਏ। ਸੋ qr ਤੱਕ ਤਾਂ ਆਸੇ-ਪਾਸੇ ਕੈਂਸਲ ਹੋ ਗਏ ਦੋਨੋਂ ਸਾਈਡਸ ਤੋਂ, qr+1 r+2 qs onwards ਜਿਹੜੇ ਨੇ ਆਪਣੇ ਕੋਲ ਇਹ ਬਚ ਗਏ ਰਾਈਟ ਸਾਈਡ ਤੇ। ਹੁਣ ਰਾਈਟ ਸਾਈਡ ਤਿੰਨੋਂ ਪ੍ਰਾਈਮਸ ਨੇ, ਪ੍ਰਾਈਮਸ ਦਾ ਪ੍ਰੋਡਕਟ ਪ੍ਰਾਈਮ ਹੋਊਗਾ, ਲੈਫਟ ਸਾਈਡ ਤੇ 1 ਹੈ, ਉਹ ਮਤਲਬ ਅਬਸਰਡ ਹੈ, ਇਹ ਗਲਤ ਹੈ, ਨਹੀਂ ਪੋਸੀਬਲ। ਇਹਦਾ ਮਤਲਬ ਸਾਡੀ ਅਸੰਪਸ਼ਨ ਆ ਵਾਲੀ ਗਲਤ ਹੈ, ਇਹ ਤਾਂ ਪੋਸੀਬਲ ਨਹੀਂ ਹੈ, r s ਤੋਂ ਸਟ੍ਰਿਕਟਲੀ ਛੋਟਾ ਨਹੀਂ ਹੋ ਸਕਦਾ। ਫਿਰ ਪੋਸੀਬਿਲਿਟੀ ਕੀ ਬਚੀ ਕਿ r s ਦੇ ਇਕੁਅਲ ਹੀ ਹੈ। r s ਦੇ ਇਕੁਅਲ ਹੋਣ ਦਾ ਮਤਲਬ ਇਹ ਹੈ ਕਿ ਜਿਹੜੀ ਲੈਂਥ ਹੈ ਰਿਪਰੈਜ਼ੈਂਟੇਸ਼ਨਸ ਦੀ ਉਹ ਸੇਮ ਹੈ, ਕਿ ਜਿਹੜੇ pr ਤੇ s ਅਗਰ ਇਧਰਲੇ ਪਾਸੇ 10 ਪ੍ਰਾਈਮਸ ਨੇ ਤਾਂ ਦੂਸਰੇ ਪਾਸੇ ਵੀ 10 ਪ੍ਰਾਈਮਸ ਨੇ। ਮੋਰਓਵਰ ਕੋਰਸਪੋਂਡਿੰਗ ਪ੍ਰਾਈਮਸ ਇਕੁਅਲ ਨੇ, ਇਹ ਅਸੀਂ ਆਲਰੇਡੀ ਪ੍ਰੂਫ ਕਰ ਲਿਆ ਕਿ p1 q1 ਦੇ ਇਕੁਅਲ, p2 q2 ਦੇ ਇਕੁਅਲ, pr qr ਦੇ ਇਕੁਅਲ। ਸੋ that shows representation is unique। बोलो clear or not? क्लियर सर, क्लियर ठीक है। सर। हाँ, बड़ी इंपॉर्टेंट थ्योरम है ये। इस थ्योरम तो ਹੁਣ ਆਪਣੇ ਕੋਲ ਇੱਕ ਰਿਜ਼ਲਟ ਬਣਦਾ ਹੈ, ਉਹ ਰਿਜ਼ਲਟ ਕੀ ਹੈ ਕਿ if the distinct factors of positive integer n are p1 p2 pr, ਉੱਪਰ ਜਿਹੜੀ ਥਿਓਰਮ ਪ੍ਰੂਫ ਕੀਤੀ ਉਹ ਚ ਜ਼ਰੂਰੀ ਨਹੀਂ ਡਿਸਟਿੰਕਟ ਹੋਣ, ਲੇਕਿਨ ਹੁਣ ਮੰਨ ਲਓ ਅਸੀਂ ਡਿਸਟਿੰਕਟ ਪ੍ਰਾਈਮਸ ਕੱਢ ਲੈਨੇ ਆ। ਅਗਰ ਆਪਣੇ ਕੋਲ ਡਿਸਟਿੰਕਟ ਪ੍ਰਾਈਮਸ ਆ ਜਾਣ, है ना, ਉਹ ਡਿਸਟਿੰਕਟ ਪ੍ਰਾਈਮਸ ਜਿਹੜੇ p i's ਨੇ, k i's ਟਾਈਮਸ ਰਿਪੀਟ ਹੋ ਰਹੇ ਨੇ, ਅਕਰ ਹੋ ਰਹੇ ਨੇ, ਤਾਂ ਫਿਰ ਅਸੀਂ n ਦੀ ਰਿਪਰੈਜ਼ੈਂਟੇਸ਼ਨ ਨੂੰ ਇਸ ਤਰ੍ਹਾਂ ਲਿਖ ਦਿੰਨੇ ਆ, p1 ਦੀ ਪਾਵਰ k1 p2 ਦੀ ਪਾਵਰ k2। ਉਹ ਜਿੰਨੀ ਵਾਰ ਪ੍ਰਾਈਮਸ ਰਿਪੀਟ ਹੁੰਦੇ ਨੇ ਉਹਨਾਂ ਦੀ ਪਾਵਰ ਜਿਹੜੀ ਬਣਾ ਦਿੰਨੇ ਅਸੀਂ। ਅਗਰ ਸਾਡੇ ਕੋਲ 5 ਟਾਈਮਸ ਆ ਰਿਹਾ ਤਾਂ 2 ਦੀ ਪਾਵਰ 5 ਹੋਗੀ, 7 ਪ੍ਰਾਈਮ ਅਗਰ 3 ਟਾਈਮਸ ਅਕਰ ਹੋ ਰਿਹਾ 3 ਉਹਦੀ ਪਾਵਰ ਹੋਗੀ, ਹੈ ਨਾ। ਫਿਰ ਅਲੱਗ-ਅਲੱਗ ਨਹੀਂ ਲਿਖਦੇ, ਫਿਰ ਅਸੀਂ ਪਾਵਰਸ ਦੀ ਫਾਰਮ ਦੇ ਵਿੱਚ ਉਹਨੂੰ ਲਿਖ ਦਿੰਨੇ ਆ। ਐਂਡ ਮੋਰ ਓਵਰ ਜਿਹੜੇ ਪ੍ਰਾਈਮਸ ਨੇ ਉਹ ਡਿਸਟਿੰਕਟ ਨੇ, ਐਂਡ ਅਗਰ ਤੁਸੀਂ ਉਹਨਾਂ ਦਾ ਇਨਕਰੀਜ਼ਿੰਗ ਆਰਡਰ ਸਟ੍ਰਿਕਟ ਲਿਖ ਦੋ ਤਾਂ ਉਸ ਫਾਰਮ ਨੂੰ ਅਸੀਂ ਕਹਿੰਦੇ ਆ ਕੈਨੋਨਿਕਲ ਫਾਰਮ ਆਫ n। ਸੋ ਦਿਸ ਇਜ਼ ਕੈਨੋਨਿਕਲ ਰਿਪਰੈਜ਼ੈਂਟੇਸ਼ਨ ਔਰ ਕੈਨੋਨਿਕਲ ਫਾਰਮ ਆਫ n, ਜਿੱਥੇ ਅਸੀਂ ਪ੍ਰਾਈਮ ਫੈਕਟਰਾਈਜੇਸ਼ਨ ਬਣਾਉਂਦੇ ਹੋਏ ਜਿਹੜੇ ਡਿਸਟਿੰਕਟ ਪ੍ਰਾਈਮਸ ਨੇ ਉਹਨਾਂ ਨੂੰ ਇਨਕਰੀਜ਼ਿੰਗ ਆਰਡਰ 'ਚ ਲਿਖਦੇ ਆ, ਐਂਡ ਜਿਹੜੇ ਪ੍ਰਾਈਮਸ ਰਿਪੀਟ ਹੁੰਦੇ ਨੇ ਜਿੰਨੀ ਵਾਰ ਉਹਨੂੰ ਉਹਦੀ ਪਾਵਰ ਬਣਾ ਦਿੰਦੇ ਆ। ਸੋ ਇਹ ਜਿਹੜੀ ਆਪਣੇ ਕੋਲ ਆਰਡਰ ਦੇ ਵਿੱਚ ਪ੍ਰਾਈਮ ਫੈਕਟਰਾਈਜੇਸ਼ਨ ਬਣ ਜਾਂਦੀ ਹੈ,
ਜਿਹਨੂੰ ਅਸੀਂ ਕੈਨੋਨੀਕਲ ਫਾਰਮ ਕਹਿ ਦਿੰਦੇ ਹਾਂ